ਨਾਮ ਮਹਾਰਸ ਕੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੂਝੋ ਮੋਰ ਗਿਆਨ, ਜਿਵੇਂ ਕਿ ਸੰਗਤਾਂ ਨਾਲ ਆਪਾਂ ਵਚਨ ਕੀਤਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਸ ਕੜੀ ਨੂੰ ਆਰੰਭ ਕਰਾਂਗੇ, ਜਿਹਦੇ ਅੰਦਰ ਆਪਾਂ ਭਗਤ ਬਾਣੀ ਤੋਂ ਸ਼ੁਰੂਆਤ ਕਰਕੇ ਸੰਪੂਰਨਤਾ ਵੱਲ ਆਪਾਂ ਆਹਿਸਤਾ ਵਧਾਂਗੇ, ਚਾਹੇ ਜਿੰਨੇ ਮਰਜ਼ੀ ਸਾਲ ਲੱਗ ਜਾਣ, ਕਿਉਂਕਿ ਸਹਿਜੇ ਸਮਝਾਂਗੇ ਤੇ ਗਹਿਰ ਤੱਕ ਸਮਝ ਆਏਗੀ। ਜਲਦਬਾਜ਼ੀ ਦੇ ਵਿੱਚ ਇਹ ਗਿਆਨ ਨਹੀਂ ਸਮਝਿਆ ਜਾ ਸਕਦਾ। ਸੋ ਜਿੱਥੋਂ ਅੱਜ ਆਪਾਂ ਸ਼ੁਰੂਆਤ ਕਰਨ ਲੱਗੇ ਹਾਂ, ਕਬੀਰ ਸਾਹਿਬ ਜੀ ਦਾ ਸ਼ਬਦ, ਗਰਭ ਬਾਸ ਮਹਿ ਕੁਲ ਨਹੀਂ ਜਾਤੀ। ਕਿਉਂਕਿ ਨਵਾਂ ਜੋ ਵਿਵਾਦ ਪੈਦਾ ਹੋ ਰਿਹਾ ਹੈ, ਜੋ ਸਮਝਿਆ ਜਾ ਰਿਹਾ ਹੈ, ਕਈ ਕੱਚਕਲ ਗਿਆਨੀ ਇਹ ਕਹਿ ਰਹੇ ਨੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਦੂਜੇ ਧਰਮਾਂ ਤੇ ਹਮਲਾ ਕੀਤਾ ਹੈ, ਦੂਜੇ ਧਰਮਾਂ ਦੀ ਨਿੰਦਾ ਕੀਤੀ ਹੈ, ਤੇ ਜੇ ਕੋਈ ਇਹਦੇ ਤਹਿਤ ਸਾਡੇ 295 ਇਹਦਾ ਪਰਚਾ ਕਰਵਾ ਦੇਵੇ ਤੇ ਫਿਰ ਗੁਰੂ ਗ੍ਰੰਥ ਸਾਹਿਬ ਤੇ ਵੀ ਪਰਚਾ ਹੋ ਸਕਦਾ ਹੈ। ਸੋ ਅਸੀਂ ਇਹ ਸਮਝਣਾ ਕਿ ਉਹਨਾਂ ਦਾ ਜੋ ਕੋਈ ਬਿਆਨ ਹੈ ਸਹੀ ਹੈ, ਉਹਨਾਂ ਦਾ ਇਹ ਸ਼ੱਕ ਜਿਹੜਾ ਹੈ ਇਹ ਸਹੀ ਹੈ। ਕਬੀਰ ਸਾਹਿਬ ਦੀ ਪੰਡਤ ਦੇ ਨਾਲ ਇਸ ਵਾਰਤਾ ਦੀ ਇਸ ਪੰਕਤੀ ਨੂੰ ਆਧਾਰ ਬਣਾ ਕੇ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਗੁਰਬਾਣੀ ਹਿੰਦੂ ਧਰਮ ਦੇ ਖਿਲਾਫ ਕੁਝ ਕਹਿ ਰਹੀ ਹੈ। ਪਰ ਸਵਾਲ ਹੈ ਕਿ ਕਬੀਰ ਸਾਹਿਬ ਨੇ ਇਹ ਪੰਕਤੀ ਉਚਾਰੀ ਹੀ ਕਿਉਂ, ਇਹ ਸ਼ਬਦ ਉਚਾਰਿਆ ਹੈ ਕਿਉਂ ਪੰਡਤ ਦੇ ਸਾਹਮਣੇ? ਜੇ ਕੋਈ ਸਾਨੂੰ ਸਮਝਾਏਗਾ ਆਪਣੇ ਧਰਮ ਦੇ ਵਿੱਚੋਂ, ਅਸੀਂ ਨਹੀਂ ਸਮਝਾਂਗੇ ਕਿਉਂਕਿ ਸਾਡਾ ਧਰਮ ਕੁਝ ਹੋਰ ਕਹਿ ਰਿਹਾ ਹੈ। ਪਰ ਜੇ ਕੋਈ ਸਾਡੇ ਗ੍ਰੰਥ 'ਚ ਪ੍ਰਮਾਣ ਦੇ ਕੇ ਸਮਝਾਏਗਾ ਤਾਂ ਸਾਨੂੰ ਛੇਤੀ ਸਮਝ ਆਏਗਾ ਵੀ ਉਹ ਕੀ ਕਹਿਣਾ ਚਾਹ ਰਿਹਾ ਹੈ, ਆਪਣੀ ਗਲਤੀ ਦਾ ਅਹਿਸਾਸ ਹੋਏਗਾ। ਕਬੀਰ ਸਾਹਿਬ ਦੀ ਪੰਕਤੀ ਗਰਭ ਬਾਸ ਮਹਿ ਕੁਲ ਨਹੀਂ ਜਾਤੀ, ਇਹ ਪੰਕਤੀ ਸਨਾਤਨ ਗ੍ਰੰਥਾਂ ਦੇ ਵਿੱਚੋਂ, ਸਿਮਰਤੀ ਦੇ ਵਿੱਚੋਂ ਕਬੀਰ ਸਾਹਿਬ ਨੇ ਚੁੱਕੀ ਹੈ ਪੰਡਿਤ ਨੂੰ ਸਮਝਾਉਣ ਵਾਸਤੇ ਵੀ ਜਿਸ ਜਾਤ ਪਾਤ ਦੇ ਆਧਾਰ ਤੇ ਤੂੰ ਸਮਾਜ ਦੀ ਵੰਡ ਕਰਦਾ ਹੈ, ਤੇਰੇ ਗ੍ਰੰਥਾਂ ਦੇ ਵਿੱਚ ਜਿਹੜੀ ਜਾਤ ਪਾਤ ਦੀ ਵਰਨ ਵੰਡ ਇਸ ਤਰ੍ਹਾਂ ਤੇ ਨਹੀਂ ਹੈ। ਤੇਰੇ ਗ੍ਰੰਥਾਂ ਦੇ ਅੰਦਰ ਜੋ ਵਿਧਾਨ ਹੈ ਉਹ ਇਸ ਤਰ੍ਹਾਂ ਦਾ ਤਾਂ ਨਹੀਂ ਹੈ। ਸੋ ਜੋ ਤੂੰ ਜਾਤ ਪਾਤ ਵਰਨ ਵੰਡ ਦੀ ਗੱਲ ਕਰਦਾ ਹੈ, ਉਹ ਕਿਸ ਆਧਾਰ ਤੇ ਕਰਦਾ ਹੈ? ਕਿਉਂਕਿ ਹਿੰਦੂ ਗ੍ਰੰਥਾਂ ਦੇ ਅੰਦਰ ਜੋ ਵਰਨ ਵਿਵਸਥਾ ਹੈ ਉਹ ਇਸ ਪ੍ਰਕਾਰ ਹੈ ਕਿ ਚਾਤੁਰ ਵਰਣਿਅਮ ਮਇਆ ਸ੍ਰਿਸ਼ਟਮ ਗੁਣ ਕਰਮ ਵਿਭਾਗਸ਼। ਚਾਤੁਰ ਵਰਣਿਅਮ, ਜਿਹੜੇ ਚਾਰ ਵਰਨ ਨੇ, ਉਹਨਾਂ ਦੀ ਵੰਡ ਗੁਣ ਕਰਮ ਵਿਭਾਗਸ਼, ਗੁਣ ਔਰ ਕਰਮ ਦੇ ਆਧਾਰ ਤੇ ਕੀਤੀ ਹੋਈ ਹੈ। ਗਰਭਵਾਸ ਮਹਿ ਕੁਲ ਨਹੀਂ ਜਾਤੀ, ਗਰਭ ਦੇ ਵਿੱਚ ਕੁਲ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਵੀ ਕਿਸ ਕੁਲ ਦਾ ਬੱਚਾ ਪੈਦਾ ਹੋਏਗਾ। ਕਿਉਂਕਿ ਜੋ ਪੰਡਿਤ, ਜੋ ਤੇਰੇ ਗ੍ਰੰਥ ਨੇ, ਜੋ ਤੇਰੇ ਆਪਣੇ ਗ੍ਰੰਥ ਨੇ, ਸਿਮਰਤੀਆਂ ਨੇ, ਵੇਦ ਨੇ, ਸ਼ਾਸਤਰ ਨੇ, ਉਹਨਾਂ ਦੇ ਵਿੱਚ ਤੇ ਇਹ ਵਿਧਾਨ ਨਹੀਂ ਹੈ ਨਾ ਜੋ ਤੂੰ ਕਹਿ ਰਿਹਾ ਹੈ ਕਿ ਬ੍ਰਾਹਮਣ ਦਾ ਬੱਚਾ ਬ੍ਰਾਹਮਣ ਹੀ ਪੈਦਾ ਹੋਏਗਾ। ਤੇਰੇ ਗ੍ਰੰਥ ਇਹ ਕਹਿ ਰਹੇ ਨੇ ਕਿ ਚਾਤੁਰ ਵਰਣਿਅਮ ਮਇਆ ਸ੍ਰਿਸ਼ਟਮ ਗੁਣ ਕਰਮ ਵਿਭਾਗਿਸ਼, ਬਈ ਵਰਨਾ ਦੀ ਵਿਵਸਥਾ ਜਿਹੜੀ ਹੈ ਗੁਣ ਔਰ ਕਰਮ ਦੇ ਆਧਾਰ ਤੇ ਹੈ। ਤੇਰੇ ਗ੍ਰੰਥ ਤੇ ਨਹੀਂ ਨਾ ਕਹਿੰਦੇ ਕਿ ਗਰਭ ਦੇ ਵਿੱਚ ਕੁਲ ਔਰ ਜਾਤ ਨਿਰਧਾਰਿਤ ਹੋ ਸਕਦੀ ਹੈ ਕਿ ਬੱਚਾ ਬ੍ਰਾਹਮਣ ਦਾ ਹੈ, ਕਿ ਵੈਸ਼ ਦਾ ਹੈ, ਕਿ ਖੱਤਰੀ ਦਾ ਹੈ, ਕਿ ਸ਼ੂਦਰ ਦਾ ਹੈ। ਕਿਉਂਕਿ ਜਨਮਨਾ ਜਾਇਤੇ ਸ਼ੂਦਰ ਸੰਸਕਾਰਾਤ ਦੂਜੇ ਉਚਯਤੇ, ਕਿ ਜਨਮ ਤੋਂ ਬੱਚਾ ਸ਼ੂਦਰ ਹੀ ਪੈਦਾ ਹੁੰਦਾ ਹੈ, ਕੋਈ ਅਕਲ ਨਹੀਂ, ਕੋਰਾ ਕਾਗਜ਼।
ਸੰਸਕਾਰ ਜਿਹੜੇ ਨੇ ਉਹ ਨਿਰਧਾਰਿਤ ਕਰਦੇ ਨੇ ਕਿ ਬੱਚਾ ਬ੍ਰਾਹਮਣ ਬਣੇਗਾ, ਸ਼ੂਦਰ ਬਣੇਗਾ, ਵੈਸ਼ ਬਣੇਗਾ, ਕੀ ਬਣੇਗਾ। ਇਹ ਤੇਰੇ ਗ੍ਰੰਥ ਕਹਿ ਰਹੇ ਨੇ ਕਿ ਜਨਮ ਨਾ ਜਾਏ ਤੇ ਸ਼ੂਦਰ ਹੈ, ਸੰਸਕਾਰਾਤ ਦੂਜੇ ਉੱਚੇ ਤੇ। ਇਹਦੇ ਤੇਰੇ ਗ੍ਰੰਥਾਂ ਦੇ ਵਿੱਚੋਂ ਆਣਾ। ਗਰਭਵਾਸ ਮਹਿ ਕੁਲ ਨਹੀਂ ਜਾਤੀ, ਕਿਉਂਕਿ ਹਿੰਦੂ ਗ੍ਰੰਥ ਵੀ ਕਹਿੰਦੇ ਨੇ, ਮਨੂ ਸਿਮਰਤੀ ਕਹਿੰਦੀ ਹੈ ਕਿ ਜਨਮ ਤੋਂ ਜਿਹੜਾ ਵੀ ਬੱਚਾ ਪੈਦਾ ਹੁੰਦਾ ਸੰਸਾਰ ਤੇ ਉਹ ਸ਼ੂਦਰ ਹੀ ਪੈਦਾ ਹੁੰਦਾ ਹੈ, ਘੱਟ ਕੋਰਾ ਕਾਗਜ਼। ਉਹਦੀ ਵਿਦਿਆ ਤੈਅ ਕਰਦੀ ਹੈ ਕਿ ਇਹ ਬੱਚਾ ਬ੍ਰਾਹਮਣ ਬਣੇਗਾ, ਜੇ ਬੁੱਧੀਵਾਨ ਹੋਏਗਾ। ਇਹ ਬੱਚਾ ਸ਼ੂਦਰ ਬਣੇਗਾ, ਸੇਵਾ 'ਚ ਲੱਗੇਗਾ। ਇਹ ਬੱਚਾ ਵੈਸ਼ ਬਣੇਗਾ, ਕਾਰੋਬਾਰ ਕਰੇਗਾ। ਜਾਂ ਖੱਤਰੀ ਬਣੇਗਾ, ਬਾਹੂਬਲੀ ਹੋਏਗਾ। ਇਹ ਤੇ ਉਹਦੇ ਗੁਣ ਦੱਸਣਗੇ ਨਾ। ਸੋ ਇਸ ਪੰਕਤੀ ਦੇ ਅੰਦਰ ਕਬੀਰ ਸਾਹਿਬ ਪੰਡਿਤ ਨੂੰ ਉਹਦੇ ਧਰਮ ਗ੍ਰੰਥ ਦੇ ਹਿਸਾਬ ਨਾਲ ਸਵਾਲ ਕਰ ਰਹੇ ਨੇ ਵੀ ਤੇਰੇ ਗ੍ਰੰਥ ਇਹ ਕਹਿ ਰਹੇ ਨੇ ਕਿ ਗਰਭਵਾਸ ਮਹਿ ਕੁਲ ਨਹੀਂ ਜਾਤੀ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਗੁਰਬਾਣੀ ਦਾ ਹਮਲਾ ਨਹੀਂ ਹੈ ਕਿਸੇ ਧਰਮ ਤੇ। ਕਿਉਂਕਿ ਪੰਡਿਤ ਨੇ ਇਹ ਸਾਰਾ ਵਿਧਾਨ ਜੋ ਵੇਦਾਂ ਦਾ ਉਹ ਤੋੜ ਕੇ ਆਪਣੇ ਹਿਸਾਬ ਦੇ ਨਾਲ ਢਾਲਦਾ ਹੈ। ਮੂਰਤੀ ਪੂਜਾ, ਜਾਤ ਪਾਤ, ਸਾਰੀ ਵੰਡ ਵਿਵਸਥਾ। ਅਗਰ ਹਿੰਦੂ ਵੇਦਾਂ ਦੇ ਅੰਦਰੋਂ, ਹਿੰਦੂ ਸ਼ਾਸਤਰਾਂ ਦੇ ਅੰਦਰੋਂ ਦੇਖਾਂਗੇ ਨਾ, ਅੱਗੇ ਚੱਲ ਕੇ ਆਪਾਂ ਹੋਰ ਇਹਨਾਂ ਦੇ ਗ੍ਰੰਥ ਇਸੇ ਸ਼ਬਦ ਦੇ ਵਿੱਚ ਅੱਗੇ ਅਗਾਂਹ ਪੰਕਤੀਆਂ ਦੇ ਵਿੱਚ ਹੋਰ ਸ਼ਬਦ ਆਉਣਗੇ, ਜਿੱਥੋਂ ਨਿਰਧਾਰਿਤ ਹੋਏਗਾ ਕਿ ਕਬੀਰ ਸਾਹਿਬ ਜਿਹੜੇ ਨੇ ਉਹ ਇਸ ਸ਼ਬਦ ਦੇ ਵਿੱਚ ਪੰਡਿਤ ਨੂੰ ਉਹਦੇ ਹੀ ਗ੍ਰੰਥਾਂ ਦੇ ਵਿੱਚੋਂ ਸਵਾਲ ਕਰਦੇ ਪਏ ਨੇ। ਪੰਡਿਤ ਨੂੰ ਉਹਦੇ ਹੀ ਗ੍ਰੰਥ ਸਮਝਾ ਰਹੇ ਨੇ। ਜਿਵੇਂ ਇੱਕ ਜਗ੍ਹਾ ਹੋਰ ਬਚਨ ਆਉਂਦਾ ਹੈ ਸ਼ਾਸਤਰਾਂ ਦੇ ਵਿੱਚ ਹੀ, ਸ਼ੂਦਰੋ ਬ੍ਰਾਹਮਣਤਾਮ ਇਤੀ ਬ੍ਰਾਹਮਣस्य ਇਤੀ ਸ਼ੂਦਰਤਾਮ। ਜੇ ਬ੍ਰਾਹਮਣ ਦੀ ਵਿਦਿਆ ਖਾਜੇ ਤਾਂ ਸ਼ੂਦਰ ਹੋ ਜਾਂਦਾ, ਜੇ ਸ਼ੂਦਰ ਵਿਦਿਆ ਲੈ ਲਵੇ ਤਾਂ ਬ੍ਰਾਹਮਣ ਹੋ ਸਕਦਾ ਹੈ। ਸੋ ਵਰਨ ਵਿਵਸਥਾ ਜਿਹੜੀ ਹੈ, ਵਰਨ ਵੰਡ ਜਿਹੜੀ ਹੈ, ਉਹ ਇਸ ਤਰ੍ਹਾਂ ਤਾਂ ਨਹੀਂ ਆਈ ਹੋਈ ਜਿਵੇਂ ਕਿ ਬ੍ਰਾਹਮਣ ਨੇ ਪ੍ਰਚਾਰੀ ਹੈ। ਇਹ ਚੀਜ਼ਾਂ ਨੂੰ ਕਬੀਰ ਸਾਹਿਬ ਉਸ ਦੇ ਹੀ ਗ੍ਰੰਥਾਂ ਦੇ ਵਿੱਚੋਂ ਸਮਝਾਉਣ ਦਾ ਯਤਨ ਕਰ ਰਹੇ ਨੇ ਕਿ ਗਰਭਵਾਸ ਮਹਿ ਕੁਲ ਨਹੀਂ ਜਾਤੀ। ਇੱਕ ਤੇ ਇਹਦਾ ਇਹ ਅਰਥ ਹੈ, ਨਹੀਂ ਤਾਂ ਵਿਆਸ ਬ੍ਰਾਹਮਣ ਨਹੀਂ ਹੋ ਸਕਦੇ ਸੀ। ਗਰਭਵਾਸ ਮਹਿ ਕੁਲ ਨਹੀਂ ਜਾਤੀ। ਪਰ ਅੱਜ ਕੀ ਹੋਇਆ ਹੈ, ਉਸੇ ਬ੍ਰਾਹਮਣ ਦੀ ਤਰਜ਼, ਉਸ ਪੰਡਤ ਦੀ ਤਰਜ਼ ਦੇ ਉੱਤੇ ਇਹ ਬਿਮਾਰੀ ਸਾਰੇ ਸੰਸਾਰ 'ਚ ਫੈਲੀ ਹੋਈ ਹੈ। ਜ਼ਿਆਦਾਤਰ ਕਿ ਹਿੰਦੁਸਤਾਨ ਦੇ ਵਿੱਚ, ਸਿੱਖਾਂ ਦੇ ਵਿੱਚ ਸਭ ਤੋਂ ਵੱਧ ਇਸ ਬਿਮਾਰੀ ਦਾ ਜਿਹੜਾ ਪ੍ਰਭਾਵ ਦੇਖਿਆ ਜਾਂਦਾ ਹੈ। ਸਾਡੇ ਅੰਦਰ ਵੀ ਜਾਤ ਪਾਤ ਹੈ ਵੀ ਉਹ ਜੱਟ ਹੈ, ਉਹ ਰਵਿਦਾਸੀ ਹੈ, ਉਹ ਝੀਰ ਹੈ, ਉਹ ਮਜ਼ਹਬੀ ਹੈ, ਕੰਬੋ ਹੈ। ਘੱਟੋ ਘੱਟ ਸਿੱਖਾਂ ਦੇ ਵਿੱਚ ਤੇ ਇਹ ਜਾਤ ਪਾਤ ਜਿਹੜੀ ਇਹ ਨਹੀਂ ਸੀ ਹੋਣੀ ਚਾਹੀਦੀ, ਪਰ ਦੇਖਣ ਨੂੰ ਮਿਲਦਾ ਹੈ ਕਿਉਂਕਿ ਖੂਨ 5000 ਸਾਲ ਤੋਂ ਉਸੇ ਪੰਡਿਤ ਦਾ ਹੀ ਹੈ ਨਾ ਰਗਾਂ ਦੇ ਵਿੱਚ, ਜਿਹੜੇ ਅੱਜ ਵੀ ਜਾਤ ਪਾਤ ਨੂੰ ਮੰਨਦੇ ਨੇ। ਪਿੰਡਾਂ ਦੇ ਵਿੱਚ ਗੁਰੂ ਘਰਾਂ ਦਾ ਵਿਭਾਜਨ ਹੈ। ਇਹ ਗੁਰੂ ਘਰ ਕਹਿੰਦਾ ਜੀ ਰਵਿਦਾਸੀਆਂ ਦਾ, ਇਹ ਕਹਿੰਦਾ ਜੀ ਮਜ਼ਹਬੀਆਂ ਦਾ, ਇਹ ਕਹਿੰਦਾ ਜੀ ਜੱਟਾਂ ਦਾ। ਤੇ ਜੇ ਗੁਰੂ ਕਲਗੀਧਰ ਪਿਤਾ ਨੇ ਇਹ ਸਾਰੀ ਜਾਤ ਪਾਤ ਖਤਮ ਕਰ ਦੇਣ ਦੇ ਵਾਸਤੇ ਇੱਕ ਵਿਧਾਨ ਬਣਾਇਆ, ਅੰਮ੍ਰਿਤ ਦੀ ਵਿਧੀ ਤਿਆਰ ਕੀਤੀ ਹੈ। ਇੱਕੋ ਹੀ ਬਾਟੇ ਦੇ ਵਿੱਚ ਉਹ ਸਾਰਿਆਂ ਨੂੰ ਅੰਮ੍ਰਿਤ ਛਕਾਇਆ ਹੈ। ਤੇ ਹੋਇਆ ਕੀ ਹੈ, ਅੱਜ ਅਸੀਂ ਉਹ ਅੰਮ੍ਰਿਤ ਵੀ ਵੰਡ ਲਿਆ ਕਿ ਇਹ ਅੰਮ੍ਰਿਤ ਅਕਾਲ ਤਖਤ ਸਾਹਿਬ ਤੋਂ ਛਕਿਆ, ਦਿੱਲੀ ਤੋਂ ਛਕਿਆ, ਨਿਹੰਗ ਸਿੰਘਾਂ ਕੋਲ ਛਕਿਆ, ਟਕਸਾਲ ਤੋਂ ਛਕਿਆ, ਜਥੇ ਵਾਲਿਆਂ ਕੋਲ ਛਕਿਆ, ਕਿੱਥੋਂ ਛਕਿਆ। ਕਿਉਂਕਿ ਜੋ ਇਤਨਾ ਲੰਬਾ ਗਿਰਨ ਦਾ ਸਾਡਾ ਅਭਿਆਸ ਸੀ, ਉਹ ਐਡੀ ਛੇਤੀ ਉੱਠ ਨਹੀਂ ਨਾ ਸਕਦੇ ਸੀ। ਤਾਂ ਹੀ ਕਲਗੀਧਰ ਨੇ ਕਿਹਾ ਸੀ ਸਿੱਖਾਂ ਨੂੰ, ਸਿੱਖਾ
जब लग खालसा रहे न्यारा तब लग तेज दियो मैं सारा। जब एक गहें विप्रन की रीत मैं ना करूं इनकी प्रतीत। दिवाली मना लैनी, होली मना लैनी, ये विपर दी रीतां नहीं ने, ये है विपर दी रीत, पंडित दी रीत। विपर अपने धर्म ग्रंथां तो उल्ट, उस परमेश्वर के हुक्म तो उल्ट, उहदे विधान तो उल्ट अपना सिस्टम खड़ा कर देना जात पात दा। जे ब्राह्मण दे पेट चों पैदा होया बच्चा ब्राह्मण नहीं हो सकता, तो जट दे पेट चों पैदा होया बच्चा जट किवें होएगा? एक मजहबी दे पेट चों पैदा होया बच्चा मजहबी किवें होएगा? एक रविदासी दे पेट चों पैदा होया बच्चा रविदासी किवें होएगा? क्योंकि ये सारा जात पात दा सिस्टम उस विधान ते खड़ा है जो पंडित ने बनाया सी। उन्हें ते अपने ग्रंथां दे उल्ट विधान खड़ा कीता सी ना, और जिन्हों गुरबाणी ने खत्म किया, जिन्हों गुरबाणी ने कंडेम किया, जिहदी आलोचना की है, जिन्हों कलगीधर ने खत्म करने वास्ते इतना बड़ा एक प्रबंध किया है। पर अज की हो रहा है? अज जात पात उत्थे है। मैं अपनी बेटी का विआह अपनी जात च करांगा, मुंडा जात का होवे, मुंडा अपनी बरादरी का होवे। अहंकार है जात का, लड़ाइयां जात दियां ने, तां ही सिख ईसाई बनते पे ने। क्योंकि उस पंडित की तरज के उत्ते सिखां ने भी इहो ही कुकर्म किया है जो पंडित ने किया, जिस करके हिंदू धर्म खतरे च आया है। उस करके अज सिख पंथ भी खतरे दे विच है। जब कबीर साहब के सामने पंडित सी, तो कबीर साहब पंडित नूं कह रहे हैं कि गर्भवास मैं कुल नहीं जाती। वो पंडित सामने है, उन्होंने कह रहे हैं गर्भवास मैं कुल नहीं जाती। जे किते अज सिख के सामने कबीर साहब होण तो कबीर साहब सिख नूं भी यही संदेश देण। क्योंकि जिस ग्रंथ नूं पंडित फॉलो कर रहा है, वो ग्रंथ जिन्हां दे आधार ते एक धर्म खड़ा है, वो तो पंडित की इस सोच का हामी नहीं है ना। वो तो कहता जन्मना जायत शूद्र है, संस्कारा दूजे उचित है। जन्म तो बच्चा शूद्र ही पैदा होता है। वो तो कहता है, पर पंडित ने क्योंकि अपना राज करना सी, जे वो समाज नूं पालेगा नहीं तो राज कित्ते करेगा। पुराने गुरुकुलों के बच्चा इस तरह लिया जाता सी, उसे इक्को गुरुकुल च सारे बच्चे पढ़ते सी। जो गुरु है वो निर्धारित करता सी भी ये बच्चा ब्राह्मण हो सकता है, इनू वेद जोड़े कंठस्थ ने, ये बच्चा तगड़ा है, ये खत्तरी हो सकता है, ये दिमाग हिसाब किताब के वैश हो सकता है, ये नहीं, ये नलायक नहीं पढ़ता। अज भी इदा ही है, जोड़े नहीं पढ़ते इक्को क्लास के विचों कोई डॉक्टर है तो कोई अज भी फलों की रेहड़ी लाता है, कोई डॉक्टर है, कोई इंजीनियर है तो कोई अज भी छोटा मोटा कारोबार करता है। स्कूल तो वही है, विधान वही है। पर जात पात इस कोड़ ने अज पंथ नूं भी बहुत सारी वंडियां च पाता है। कलगीधर पिता कह रहे हैं कि जब कहें विप्रन की रीत मैं ना करूं इनकी प्रतीत। जे इतनियां वंडियां ने तो कलगीधर साडे उत्ते भरोसा किवें करनगे जे असीं लालची हैं, तो जे असीं इतने घिरे हुए हैं, तो जिहड़े गुरबाणी दे उल्ट चलते हैं। तो मैं अक्सर बेनती करदा कि दसम का प्रचार जिथे मर्जी हो सकता, गुरु ग्रंथ साहब महाराज जी का प्रचार हर जगह नहीं हो सकता। असीं मनते नहीं हैं कि अज कबीर साहब की पंक्ति सानूं नहीं कहणगे। जे उस वक्त पंडित नूं कही कि पंडित तेरा ग्रंथ तो यह कह रहा है, तेरे ही ग्रंथ दे विच जिहड़ी वर्ण व्यवस्था है वो चातुर्वर्ण्यम मया सृष्टम गुण कर्म विभागशा, वो तो गुण वो कर्म के आधार पर है, तू वंड जन्म के आधार पर किवें कर रही है। तेरे ग्रंथ तो ये कह रहे हैं कि जन्मना जायत शुद्र है दूजे संस्कारा दूजे उच्चयते, फिर तू किवें कहना कि ब्राह्मण के पेट में पैदा होना बच्चा ब्राह्मण का ही होगा, वो ब्राह्मण ही बनेगा। तो किस ग्रंथ के आधार पर शूद्र नूं नीच कहना है? तो किस ग्रंथ के आधार पर बाकी जातां नूं छोटा कीता है? तेरे कोल की आधार है?
तेरे कोल की अधिकार है अपने ही ग्रंथां के खिलाफ खड़े होने का। सो जिन्होंने में भुलेखा कि गुरु ग्रंथ साहब महाराज जी दे विच कबीर साहब जी ने ये जिहड़ी गल आखी है किसी धर्म के खिलाफ आखी, धर्म के खिलाफ नहीं, आईना विखाया, शीशा दिखाया पंडित नूं कि यह पंडित किवें कह सकता है। एक तो ये अर्थ ये नहीं कि गर्भवास मह कुल नहीं जाती, मात गर्भ के अंदर जब बच्चा आता है वो कुल निर्धारित नहीं की जा सकती। ਜਿਹੜੇ शुद्ध ग्रंथ है उन्होंने पर ਜਿਹੜੇ ਅੱਜ ਜਿਹੜਾ ਵਿਗੜਿਆ ਹੋਇਆ ਪੰਥ ਸਾਡਾ ਉਹਦੇ ਅੰਦਰ ਤੇ ਅਗਰ ਕਿਸੇ ਜੱਟ ਦੇ ਘਰ ਬੱਚਾ ਪੈਦਾ ਹੋਏਗਾ ਜੱਟ ਹੀ ਹੋਏਗਾ, ਕਿਸੇ ਮਜ਼ਹਬੀ ਦੇ ਘਰ ਬੱਚਾ ਪੈਦਾ ਹੋਏਗਾ ਉਹ ਮਜ਼ਹਬੀ ਹੀ ਹੋਏਗਾ, ਕਿਤੇ ਰਵਿਦਾਸੀ ਦੇ ਘਰ ਬੱਚਾ ਪੈਦਾ ਹੋਏਗਾ ਉਹ ਵੀ ਰਵਿਦਾਸੀਆ ਹੀ ਹੋਏਗਾ, ਕਿਸੇ ਕੰਬੋ ਦੇ ਘਰ ਬੱਚਾ ਪੈਦਾ ਹੋਏਗਾ, ਕਿਸੇ ਲਬਾਣੇ ਦੇ ਘਰ ਬੱਚਾ ਪੈਦਾ ਹੋਏਗਾ ਤੇ ਉਸੇ ਹੀ ਉਹੀ ਹੋਏਗਾ। क्योंकि पंडित का गंदला किया हुआ समाज इन्नी छेती साफ नहीं होने वाला। गुरु साहब ने कितना जोर लाया है, गुरबाणी ने कितना जोर लाया है, पर अज किते ना किते असी भी क्योंकि असी किसी को की कहना, हुण तो अपने की गल करांगे ना, उस वक्त सिख नहीं सी तो नहीं सिख नूं गल आखी, पर अज साडे विच भी जिहड़ी गंदगी आ चुकी है। सो जिहड़े ये जात पात मनते हैं वो किस आधार पर मनते हैं, उन्होंने दे कोल इस जात पात नूं मनन दा विधान की है। जे तो पंडित के ग्रंथां नूं मनदे ने तो पंडित के ग्रंथां नूं कबीर साहब चैलेंज कर रहे हैं कि गर्भवास में कुल नहीं जाती। वो तो कबीर साहब गुरबाणी कह रही है कि पंडित तेरे ग्रंथां के आधार से गर्भ के अंदर बच्चे की कुल जात निर्धारित नहीं की जा सकती, क्योंकि जन्म ना जाए तो शुद्र संस्कार दूजे उच्चे थे। पंडित तेरे ही ग्रंथां के हिसाब के नाल गर्भ के अंदर बच्चे की कुल निर्धारित किवें हो सकती है, जब तेरे ग्रंथ के अंदर कि चातुर्वर्ण्यम मया सृष्टम गुणकर्म विभागश। सो तेरे को ऐसा किहड़ा ग्रंथ है जिहदे आधार पर तू ये चर्चा कर रहे हैं, तेरे को ऐसा किहड़ा ग्रंथ है जिहदे आधार पर तू ये वंड बना रहे हैं, तेरे को ऐसा केड़ा ग्रंथ है जिस आधार से तू खुद नूं बड़ा उच्चा और दूजे नूं नीचा दस रहे हैं। ऐसा की है तेरे को, दस ना मैनूं केड़ा ग्रंथ है तेरे को। सो इत्थे कबीर साहब पंडित दे धर्म की तौहीन नहीं कर रहे, उन्होंने उहदे ग्रंथ याद करवा रहे हैं कि गर्भवास मह कुल नहीं जाती। उन्होंने याद करा रहे हैं कि शूद्रो ब्राह्मणताम इति ब्राह्मणस्य इति शूद्रताम, भी ब्राह्मण शूद्र हो जाता है जब जे ब्राह्मण का बच्चा वेद कंठस्थ ना करे, जो शर्तां ब्राह्मण दियां ने उन्होंने काम ना करे तो शूद्र हो जाता है। अगर शूद्र का बच्चा ब्रह्म का ज्ञान ले लवे तो ब्राह्मण हो सकता है। ब्राह्मण किवें हुंदा है, शूद्र किवें हुंदा है, अगलियां पंक्तियां जो पावांगे उत्थे चर्चा करांगे। सो जिन्हां दे मन दे विच भुलेखा कि गुरु ग्रंथ साहब महाराज जी जिहड़े ने वो किसी धर्म ते हमला कर रहे हैं, तो जे किसी की भावना भटक गई अज दे दिन दे विच ते वो 295 धारा लवा के किते गुरु ग्रंथ साहब दे केस करवा देगा। ये सारियां चीज़ां अज्ञानता जो पैदा होंदियां ने, ये सारिया गल्लां अज्ञानता चो पैदा होंदियां ने, क्योंकि दूसरे ग्रंथों का अध्ययन नहीं किया होया। धन गुरु ग्रंथ साहब महाराज जी का अध्ययन नहीं किया होया, श्री दसम ग्रंथ साहब का अध्ययन नहीं किया होया। दो के शब्द याद करके तो ढोलकियां चिमटे लैके स्टेजां ते चढ़ जाते हैं, तो उन्होंने लगता है कि जिवें वो निंदा करते हैं कि गुरु ग्रंथ साहब महाराज जी निंदा ही कर रहे हैं किसी की। गुरु पहले निंदा होंदी है मीठे को कड़ुआ कहें, मिठे नूं कौड़ा कहना मिठे की निंदा है, कौड़े नूं कौड़ा कहना कौड़े की निंदा नहीं, सच है। कबीर साहब इत्थे आलोचना के रूप च उन्होंने पंडित नूं सवाल कर रहे हैं कि पंडित तेरे ग्रंथ की कहते हैं कि गर्भवास में कुल नहीं जाती, ये तेरे ही ग्रंथ कहते हैं, मैं नहीं कह रहा, ये मनुस्मृति कह रही है, मैं नहीं कह रहा, ऋग्वेद कह रहा है, मैं नहीं कह रहा, तू दसना।
तेरे ग्रंथ ते ये कह रहे हैं जे तू पंडित है तू ग्रंथां दा ज्ञाता है। पंडित बारे गुरु ग्रंथ साहिब महाराज जी का बचन है, सो पंडित सो मन प्रबुद्ध है, राम नाम आत्म में सो दे राम नाम सारस पीवै। उस पंडित के उपदेश जग जीवे। फिर पंडित भी होवे ना, जो मुसलमान कहावन मुश्किल होवे तो मुसलमान कहावे। ਇਹੋ ਪੰਕਤੀਆਂ ਸਭ ਤੇ ਆਇਦ ਹੁੰਦੀਆਂ। ਸਿੱਖ ਵੀ ਕਹਾਉਣਾ ਜਿਹੜਾ ਮੁਸ਼ਕਿਲ ਹੈ। ਸਾਡੀ ਦਿੱਕਤ ਇਹ ਹੈ ਕਿ ਅਸੀਂ ਜੰਮਦੇ ਹੀ ਸਿੱਖ ਹੋ ਜਾਂਦੇ ਹਾਂ। ਬੱਚਾ ਜੰਮਦਾ ਸਿੱਖ ਨਹੀਂ ਹੁੰਦਾ, ਸਿੱਖ ਬਣਨਾ ਪੈਂਦਾ ਹੈ। ਜੰਮਦਾ ਬੱਚਾ ਬਿਮਾਰ ਹੋਣ ਦੀ ਗੱਲ ਹੀ ਨਾ ਕਰੇ ਤਾਂ ਇਲਾਜ ਕਿਉਂ ਕਰਾਏਗਾ ਉਹ? ਬਿਮਾਰ ਪਹਿਲਾਂ ਮੰਨੇਗਾ ਨਾ ਕਿ ਮੈਂ ਬਿਮਾਰ ਹਾਂ, ਫਿਰ ਇਲਾਜ ਵਾਸਤੇ ਜਾਏਗਾ। ਤੇ ਜੇ ਅਸੀਂ ਜੰਮਦੇ ਹੀ ਸਿੱਖ ਹਾਂ ਤੇ ਸਿੱਖ ਬਣਨ ਦੀ ਲੋੜ ਹੀ ਕੀ? ਸਾਡੇ ਅਸੀਂ ਸਿੱਖ ਬਣ ਗਏ। ਫਿਰ ਗੁਰਬਾਣੀ ਕਹਿੰਦੀ ਸਤਿਗੁਰੂ ਸਿੱਖ ਕੇ ਬੰਧਨ ਕੱਟ ਹੈ। ਜਦ ਬੰਧਨ ਕੱਟੇਗੇ ਨਾ ਸੰਸਾਰ ਦੇ, ਇਹ ਮੋਹ ਮਾਇਆ ਦੇ ਬੰਧਨ ਕੱਟੇਗੇ, ਫਿਰ ਸਿੱਖ ਬਣ ਜਾਣਾ। ਅਜੇ ਨਹੀਂ, ਅਜੇ ਖੰਨਿਓ ਤਿੱਖੀ ਵਾਲ ਨਿੱਕੀ ਇਹ ਤਾਂ ਮਾਰਗ ਜਾਣਾ। ਇਹ ਰਾਹ ਬੜਾ ਵਿਖੜਾ ਹੈ। ਇਹ ਸਿੱਖ ਹੋਣ ਦਾ ਰਾਹ, ਇਹ ਤੇ ਸਿੱਖ ਨੇ ਖਾਲਸਾ ਬਣਨਾ, ਉਹ ਰਾਹ ਉਹ ਤੋਂ ਵੀ ਔਖਾ ਹੈ। ਤੇ ਜੰਮਦਾ ਕੋਈ ਸਿੱਖ ਨਹੀਂ ਹੁੰਦਾ। ਸਿੱਖ ਹੋਣਾ ਬਹੁਤ ਵੱਡੀ ਗੱਲ ਹੈ। ਸਿੱਖ ਹੋਣਾ ਬਹੁਤ ਮੁਸ਼ਕਿਲ ਗੱਲ ਹੈ। ਇਹ ਸਾਡਾ ਭਰਮ ਹੈ ਕਿ ਅਸੀਂ ਸਿੱਖ ਹਾਂ। ਗੁਣਾਂ ਦੇ ਆਧਾਰ ਤੇ ਸਿੱਖ ਹੋ ਸਕਦਾ, ਕਰਮ ਦੇ ਆਧਾਰ ਤੇ ਸਿੱਖ ਹੋ ਸਕਦਾ। ਜੇ ਉਹਦੇ ਬੰਧਨ ਕੱਟਦੇ ਸਤਿਗੁਰੂ ਸੱਚੇ ਪਾਤਸ਼ਾਹ ਨੇ, ਫਿਰ ਉਹ ਸਿੱਖ ਹੋ ਸਕਦਾ। ਅਜੇ ਬੰਧਨਾਂ ਦੇ ਵਿੱਚ ਫਿਰ ਕਾਹਦਾ ਸਿੱਖ ਹੈ? ਕਿਉਂਕਿ ਸਿੱਖ ਦੀ ਨਿਸ਼ਾਨੀ ਹੈ ਕਿ ਸਤਿਗੁਰ ਸਿੱਖ ਕੇ ਬੰਧਨ ਕੱਟੇ। ਸਿੱਖ ਦੇ ਸਤਿਗੁਰੂ ਬੰਧਨ ਸਾਰੇ ਕੱਟ ਦਿੰਦਾ ਹੈ। ਜਿਸ ਸਮਾਜ ਦੇ ਨਾਲ ਲੜਾਈ ਲੜ ਕੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਤੋਂ ਕਲਗੀਧਰ ਤੱਕ ਇੱਕ ਨਵਾਂ ਸਮਾਜ ਸਿਰਜਿਆ ਹਿੰਦੁਸਤਾਨ ਦੇ ਵਿੱਚ। ਪੰਜਾਂ ਦਾ ਸਿਰ ਲੈ ਕੇ ਇੱਕ ਬਾਟਾ ਤਿਆਰ ਕੀਤਾ ਹੈ, ਜਿਸ ਜਾਤ ਪਾਤ ਊਚ ਨੀਚ ਭੇਦ ਭਾਵ ਨੂੰ ਖਤਮ ਕਰਨ ਦੇ ਵਾਸਤੇ। ਕਿ ਸਾਡੀਆਂ ਕਰਤੂਤਾਂ ਸਾਡੇ ਕਾਰੇ ਇਹ ਦੱਸਦੇ ਨੇ ਕਿ ਗੁਰੂ ਸਾਹਿਬ ਕਾਮਯਾਬ ਹੋ ਗਏ। ਅੱਜ ਵੀ ਸਾਡੀਆਂ ਸੰਪਰਦਾਵਾਂ ਦੇ ਵਿੱਚ, ਸਾਡੇ ਸਮਾਜ ਦੇ ਵਿੱਚ, ਸਾਡੀਆਂ ਜਥੇਬੰਦੀਆਂ ਦੇ ਵਿੱਚ ਅੱਜ ਵੀ ਇਹ ਬਿਮਾਰੀ ਜਿਹੜੀ ਚੱਲੀ ਆਉਂਦੀ ਹੈ, ਖਤਮ ਨਹੀਂ ਹੋਈ। ਐਡਾ ਵੱਡਾ ਕੋਹੜ ਦੂਰ ਕਰਨਾ ਕੋਈ ਸੌਖਾ ਨਹੀਂ ਸੀਗਾ। ਇੱਕ ਤੇ ਅਰਥ ਇਹ ਬਣਦੇ ਨੇ ਕਿ ਮਾਤਾ ਦੇ ਗਰਭ ਦੇ ਵਿੱਚ ਬੱਚੇ ਦੀ ਕੁਲ ਨਿਰਧਾਰਿਤ ਨਹੀਂ ਕੀਤੀ ਜਾ ਸਕਦੀ ਬ੍ਰਾਹਮਣ ਗ੍ਰੰਥਾਂ ਦੇ ਆਧਾਰ ਤੇ, ਸਿਮਰਤੀਆਂ ਦੇ ਆਧਾਰ ਤੇ, ਜੋ ਕਬੀਰ ਸਾਹਿਬ ਉਸ ਪੰਡਿਤ ਨੂੰ ਕਹਿ ਰਹੇ ਨੇ ਕਿ ਗਰਭ ਵਾਸ ਮਹਿ ਕੁਲ ਨਹੀਂ ਚਾਹਤੀ। ਨਹੀਂ ਪਤਾ ਚੱਲਦਾ। ਇੱਕ ਅਰਥ ਦਾ ਹੋਰ ਬਣਦਾ ਹੈ, ਜੋ ਅਰਥ ਅਗਲੀ ਪੰਕਤੀ ਦੇ ਵਿੱਚ ਸਪਸ਼ਟ ਹੁੰਦਾ ਹੈ। ਸੋ ਅੱਜ ਆਪਾਂ ਇਤਨਾ ਕੀ ਸਮਝਾਂਗੇ, ਇਸੇ ਪੰਕਤੀ ਨੂੰ ਸਮਝਾਂਗੇ ਤੇ ਇਹਨੂੰ ਦ੍ਰਿੜ ਕਰਾਂਗੇ ਆਪਣੇ ਮਨ ਦੇ ਵਿੱਚ ਕਿ ਅਗਰ ਅੱਜ ਵੀ ਅਸੀਂ ਜਾਤਾਂ ਪਾਤਾਂ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ ਤੇ ਫਿਰ ਸਿੱਖ ਕਹਾਉਣ ਦਾ ਹੱਕ ਕਿਵੇਂ ਰੱਖਦੇ? ਫਿਰ ਤਾਂ ਅਸੀਂ ਪੰਡਿਤ ਹੀ ਹੋਏ ਨਾ, ਉਹ ਵੀ ਵਿਗੜੇ ਹੋਏ ਪੰਡਿਤ, ਜਿਹਨੂੰ ਕਬੀਰ ਸਾਹਿਬ ਚੈਲੰਜ ਕਰ ਰਹੇ ਨੇ ਕਿ ਆ ਪੰਡਿਤ ਗਰਭਵਾਸ ਮਹਿ ਕੁਲ ਨਹੀਂ ਜਾਤੀ। ਤੇਰਾ ਆਪਣਾ ਗ੍ਰੰਥ ਕਹਿ ਰਿਹਾ ਹੈ ਕਿ ਜਨਮ ਨਾ ਜਾਏ ਤੇ ਸ਼ੂਦਰ ਹੈ, ਸੰਸਕਾਰਾ ਤੁਝੇ ਉੱਚਯਤੇ। ਤੇਰਾ ਗ੍ਰੰਥ ਕਹਿ ਰਿਹਾ ਹੈ ਕਿ ਚਾਤੁਰਵਰਣਯਮ ਮਇਆ ਸ੍ਰਿਸ਼ਟਮ ਗੁਣ ਕਰਮ ਵਿਭਾਗਸ਼। ਤੇਰਾ ਗ੍ਰੰਥ ਕਹਿ ਰਿਹਾ ਹੈ ਸ਼ੂਦਰੋ ਬ੍ਰਹਮਣਤਾਮ ਇਤੀ ਬ੍ਰਾਹਮਣस्य ਇਤੀ ਸ਼ੂਦਰਤਾਮ। ਇਹ ਤੇਰਾ ਗ੍ਰੰਥ ਕਹਿ ਰਿਹਾ। ਫਿਰ ਤੂੰ ਕਿਸ ਗ੍ਰੰਥ ਦੇ ਆਧਾਰ ਤੇ ਇਹ ਕੰਮ ਕਰ ਰਿਹਾ? ਕਿਸ ਗ੍ਰੰਥ ਦੇ ਆਧਾਰ ਤੇ ਤੂੰ ਜਾਤ ਪਾਤ ਦੀ ਵੰਡ ਕੀਤੀ ਹੈ? ਕਿਸ ਗ੍ਰੰਥ ਦੇ ਆਧਾਰ ਤੇ ਤੂੰ ਇਹ ਸਿਸਟਮ ਬਣਾਇਆ ਹੈ ਜਾਤ ਪਾਤ ਦਾ? ਉਪਦੇਸ਼ ਚੌਹ ਵਰਣਾ ਕੋ ਸਾਂਝਾ ਹੈ। ਵਰਣ ਨਾਮ ਰੰਗ ਦਾ ਵੀ ਹੈ, ਰੂਪ ਦਾ ਵੀ ਹੈ। ਸੋ ਉਸ ਵਕਤ ਸਮਾਜ ਦੇ ਅੰਦਰ ਸ਼ੁਰੂਆਤ ਜਦੋਂ ਹੁੰਦੀ ਹੈ ਮਾਨਵਤਾ ਦੀ, ਤੇ ਇਹ ਵਿਧਾਨ ਬਣਾਇਆ ਗਿਆ ਹੈ
ਉਹਦੀ ਬੁੱਧੀ ਬਲ ਦੇ ਉੱਤੇ, ਉਹਦੇ ਬੁੱਧੀ ਕੌਸ਼ਲ ਦੇ ਉੱਤੇ, ਉਹਦੇ ਸਰੀਰਕ ਬਲ ਦੇ ਉੱਤੇ, ਉਹਦੀ ਅਪਰੋਚ ਦੇ ਉੱਤੇ ਕਿ ਇਹ ਕੀ ਬਣੇਗਾ। ਇਹ ਵਿਧਾਨ ਕਦੀ ਵੀ ਨਹੀਂ ਸੀ ਕਿ ਗਰਭ ਦੇ ਵਿੱਚੋਂ ਪੈਦਾ ਬੱਚਾ ਹੋਇਆ ਬ੍ਰਾਹਮਣ ਦਾ ਹੋਏਗਾ, ਬੱਚਾ ਪੈਦਾ ਹੁੰਦੇ ਹੀ ਸ਼ੂਦਰ ਹੋਏਗਾ, ਬੱਚਾ ਪੈਦਾ ਹੁੰਦੇ ਹੀ ਵੈਸ਼ ਹੋਏਗਾ, ਬੱਚਾ ਪੈਦਾ ਹੁੰਦੇ ਹੀ ਖੱਤਰੀ ਹੋਏਗਾ। ਜਿਵੇਂ ਕਲਗੀਧਰ ਕਹਿੰਦੇ ਨੇ ਵੀ ਦਸਮ ਦਾ ਬਚਨ ਹੈ ਵੀ ਛਤਰੀ ਕੋ ਪੂਥੋਂ ਬਾਹਮਣ ਕੋ ਨਾ, ਸ਼ਸਤਰ ਚੁੱਕੇ ਨੇ। ਇਸ ਕਰਕੇ ਇਸ ਵੇਲੇ ਜਿਹੜਾ ਮੇਰਾ ਰੂਪ ਹੈ ਇਹ ਛਤਰੀ ਦਾ ਹੈ, ਬਾਹੂਬਲੀ ਹੈ, ਇਸ ਕਰਕੇ ਮੇਰਾ ਰੂਪ ਛਤਰੀ ਦਾ ਹੈ। ਸੋ ਜੋ ਕਬੀਰ ਸਾਹਿਬ ਨੇ ਪੰਡਿਤ ਨੂੰ ਕਹਿਣਾ ਸੀ ਕਹਿਤਾ, ਪਰ ਅੱਜ ਦਾ ਸਵਾਲ ਸਿੱਖਾਂ ਵਾਸਤੇ ਕਿ ਸਿੱਖਾ ਤੂੰ ਜਾਤ ਪਾਤ ਕਿਸ ਆਧਾਰ ਤੇ ਮੰਨਦਾ ਹੈ। ਜਦੋਂ ਸਿੱਖ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਜਾਤ ਪਾਤ ਨਹੀਂ ਮੰਨਦੇ, ਤੇ ਜਿਸ ਪੰਡਿਤ ਦਾ ਤੂੰ ਖੂਨ ਧਾਰਨ ਕੀਤਾ ਹੋਇਆ, ਜਿਸ ਪੰਡਿਤ ਦਾ ਤੂੰ ਪ੍ਰਭਾਵ ਕਬੂਲਿਆ ਹੋਇਆ, ਜਿਸ ਪੰਡਿਤ ਦਾ ਤੂੰ ਅਰਥ ਕਬੂਲਿਆ ਹੋਇਆ, ਉਸ ਪੰਡਿਤ ਦੇ ਕੋਲ ਐਸਾ ਕੋਈ ਗ੍ਰੰਥ ਨਹੀਂ ਹੈ, ਉਸ ਪੰਡਿਤ ਦੇ ਕੋਲ ਐਸਾ ਕੋਈ ਆਧਾਰ ਨਹੀਂ ਹੈ ਜਿਹੜਾ ਇਹ ਜਾਤ ਪਾਤ ਨਿਰਧਾਰਿਤ ਕਰ ਸਕੇ। ਅਸੀਂ ਹਰ ਗੱਲ ਦੇ ਬਾਹਮਣ ਮਾਰਾ, ਪੰਡਿਤ ਮਾਰਾ, ਅਸੀਂ ਉਹਨਾਂ ਨੂੰ ਕਹਿੰਦੇ ਹਾਂ ਜੋ ਆਪਣੇ ਗ੍ਰੰਥਾਂ ਤੋਂ ਵਿਗੜੇ ਹੋਏ ਨੇ, ਜਿਨ੍ਹਾਂ ਨੇ ਆਪਣੇ ਗ੍ਰੰਥ ਛੱਡੇ ਹੋਏ ਨੇ, ਜਿਨ੍ਹਾਂ ਆਪਣੇ ਗ੍ਰੰਥਾਂ ਦੇ ਵਿਪਰੀਤ ਕੰਮ ਕੀਤਾ ਹੋਇਆ। ਤਾਂ ਹੀ ਪੰਡਿਤ ਨੂੰ ਵਿਪਰ ਕਿਹਾ ਹੈ, ਵਿਪਰ ਪ੍ਰਧਾਨ ਕਿਹਾ ਹੈ, ਕਿਉਂਕਿ ਉਹ ਵਿਪਰੀਤ ਹੈ, ਵਿਪਰ ਧਾਤੂ, ਉਲਟਾ ਚੱਲਦਾ ਹੈ ਆਪਣੇ ਸਮਾਜ ਦੇ, ਉਹ ਉਲਟਾ ਚੱਲਦਾ ਹੈ ਆਪਣੇ ਧਰਮ ਦੇ, ਉਹ ਉਲਟਾ ਚੱਲਦਾ ਆਪਣੇ ਗ੍ਰੰਥਾਂ ਦੇ। ਕਿਉਂਕਿ ਪੰਡਿਤ ਦਾ ਗ੍ਰੰਥ ਕਹਿ ਰਿਹਾ ਹੈ ਕਿ ਜਨਮ ਨਾ ਜਾਏ ਤੇ ਸ਼ੁੱਧ ਹੈ, ਸੰਸਕਾਰਾ ਦੂਜੇ ਉੱਚੇ ਤੇ। ਪੰਡਿਤ ਦਾ ਗ੍ਰੰਥ ਕਹਿ ਰਿਹਾ ਹੈ ਕਿ ਚਾਤੁਰ ਵਰਣਿਅਮ ਮਇਆ ਸ੍ਰਿਸ਼ਟਮ ਗੁਣ ਕਰਮੇ ਭਾਗਿਸ਼, ਉਹ ਉਹਦੀ ਵੀ ਨਹੀਂ ਮੰਨ ਰਿਹਾ। ਸੋ ਅੱਜ ਅਸੀਂ ਪੰਡਿਤ ਨੂੰ ਨਹੀਂ ਕੁਛ ਕਹਿਣਾ, ਅੱਜ ਦੇ ਗੁਰਬਾਣੀ ਸਿੱਖ ਨੂੰ ਮੁਖਾਤਿਬ ਹੈ ਵੀ ਸਿੱਖਾ ਤੂੰ ਜਾਤ ਪਾਤ ਕਿਸ ਆਧਾਰ ਤੇ ਮੰਨਦਾ ਹੈ। ਸੋ ਅਗਰ ਤੂੰ ਅਜੇ ਵੀ ਜਾਤ ਪਾਤ ਇਸ ਕੋੜ 'ਚ ਫਸਿਆ ਹੈ ਤਾਂ ਤੇਰੇ ਅੰਦਰ ਅੰਸ਼ ਗੁਰੂ ਦਾ ਨਹੀਂ ਹੈ, ਤੇਰੇ ਅੰਦਰ ਅੰਸ਼ ਗੁਰਬਾਣੀ ਦਾ ਨਹੀਂ ਹੈ, ਤੇਰੇ ਅੰਦਰ ਅੰਸ਼ ਉਸ ਪੰਡਿਤ ਦਾ ਹੈ ਜਿਹਨੂੰ ਕਬੀਰ ਸਾਹਿਬ ਸਵਾਲ ਕਰ ਰਹੇ ਨੇ, ਜਿਹੜਾ ਪੰਡਿਤ ਵਿਗੜਿਆ ਹੋਇਆ ਹੈ, ਜਿਹੜਾ ਪੰਡਿਤ ਵਿਪਰ ਚੱਲ ਰਿਹਾ ਆਪਣੇ ਹੀ ਧਰਮ ਗ੍ਰੰਥਾਂ ਦੇ, ਕਿਉਂਕਿ ਕਿਸੇ ਗ੍ਰੰਥ ਦੇ ਵਿੱਚ ਕੋਈ ਐਸਾ ਵਿਧਾਨ ਨਹੀਂ ਹੈ। ਸੋ ਸਿੱਖ ਉਹ ਹੈ ਜਿਹੜਾ ਇਹਨਾਂ ਜਾਤਾਂ ਪਾਤਾਂ ਦੇ ਬੰਧਨਾਂ ਤੋਂ ਉੱਠਿਆ ਹੋਇਆ ਹੈ, ਜਿਹਦੇ ਬੰਧਨ ਸਤਿਗੁਰੂ ਨੇ ਕੱਟ ਦਿੱਤੇ ਨੇ। ਸਿੰਘ ਵੀ ਉਹ ਹੈ ਜਿਹਦਾ ਪਿੰਡ ਅੱਜ ਵੀ ਆਨੰਦਪੁਰ ਹੈ, ਜਿਹਦਾ ਬੰਸ ਸੋਢੀ ਹੈ, ਕਿਉਂਕਿ ਸਨੌਰ ਤੋਂ ਚੱਲਿਆ ਸੀ ਨਾ। ਜੇ ਅੱਜ ਵੀ ਅੰਮ੍ਰਿਤ ਛਕ ਕੇ ਕੋਈ ਕੁਛ ਹੈ, ਕੋਈ ਕੁਛ ਹੈ, ਕੋਈ ਕੁਛ ਹੈ, ਕੋਈ ਕੁਛ ਹੈ, ਤੇ ਉਹ ਕੁਛ ਹੀ ਹੋ ਸਕਦਾ ਹੈ, ਉਹ ਸਿੰਘ ਨਹੀਂ ਹੋ ਸਕਦਾ। ਔਰ ਜਿਹੜਾ ਅੰਮ੍ਰਿਤ ਹੈ, ਤਾਂ ਹੀ ਤੇ ਸਾਡੇ ਇੱਥੋਂ ਰਾਜ ਚਲਾ ਗਿਆ, ਤਾਂ ਹੀ ਤੇ ਅੱਜ ਕਲਗੀਧਰ ਨੇ ਸਾਡੇ ਕੋਲ ਸਾਰੀ ਸੱਤਾ ਖਿੱਚ ਲਈ ਹੈ। ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਜਦ ਤੱਕ ਖਾਲਸਾ ਨਿਆਰਾ ਸੀ, ਸਾਰਾ ਤੇਜ, ਸਾਰੀ ਸ਼ਕਤੀ ਖਾਲਸੇ ਦੇ ਕੋਲ ਸੀ। ਹਿੰਦੁਸਤਾਨ ਸਰਕਾਰ ਸਾਨੂੰ ਟੈਕਸ ਪੇ ਕਰਦੀ ਹੁੰਦੀ ਸੀ, ਪਰ ਜਬ ਇਹ ਗਹਿ ਵਿਪਰਨ ਕੀ ਰੀਤ, ਜਦੋਂ ਇਹਨਾਂ ਨੇ ਵਿਪਰਵਾਦੀ ਰੀਤਾਂ ਨੂੰ ਅਪਣਾ ਲਿਆ, ਇਹ ਹੈ ਵਿਪਰਵਾਦੀ ਰੀਤ। ਤਾਂ ਹੀ ਪੰਡਿਤ ਨੂੰ ਗੁਰਬਾਣੀ 'ਚ ਵਿਪਰ ਕਿਹਾ ਗਿਆ ਹੈ, ਆਪਣੇ ਧਰਮ ਗ੍ਰੰਥਾਂ ਦੇ ਉਲਟ ਚੱਲਦਾ ਹੈ। ਤਾਂ ਹੀ ਅੱਜ ਖੁਆਰ ਹੋ ਰਹੇ ਹਨ, ਥਾਂ ਥਾਂ ਚਿੱਤਰ ਪੈ ਰਹੇ ਨੇ, ਤਾਂ ਹੀ ਅੱਜ ਸਾਡੀ ਸਾਹ ਲੈਣ ਵਾਲਾ ਕੋਈ ਨਹੀਂ ਹੈ। ਸੋ ਪਹਿਲੀ ਪੰਕਤੀ ਦੇ ਗਰਭਵਾਸ ਮਹਿ ਕੁਲ ਨਹੀਂ ਜਾਤੀ ਦੇ ਪਹਿਲੇ ਪ੍ਰਚਲਿਤ ਅਰਥ ਆਪਾਂ ਜੋ ਸਮਝੇ ਨੇ, ਤਾਂ ਇਹ ਸਮਝ ਲੈਣਾ ਜ਼ਰੂਰੀ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਸੇ ਧਰਮ ਤੇ ਹਮਲਾ ਨਹੀਂ ਕਰ ਰਹੇ, ਔਰ ਕੋਈ 295 ਦਾ ਪਰਚਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਨਹੀਂ ਹੋ ਸਕਦਾ। ਇਹ ਉਹਨਾਂ ਦੀ ਅਗਿਆਨਤਾ ਹੈ, ਇਹ ਉਹਨਾਂ ਦੀ ਬਚਪਨਾ ਹੈ, ਉਹਨਾਂ ਦੀ ਮੰਦ ਬੁੱਧਤਾ ਹੈ। ਗੁਰੂ ਸਾਹਿਬ, ਕਬੀਰ ਸਾਹਿਬ, ਭਗਤ ਸਾਹਿਬਾਨ
ਜਦ ਕਿਸੇ ਵੀ ਧਰਮ ਦੇ ਬੰਦੇ ਨਾਲ ਗੱਲ ਕਰਦੇ ਨੇ ਉਹਦੇ ਗ੍ਰੰਥ ਦੇ ਵਿੱਚ ਕੀ ਲਿਖਿਆ ਤੇ ਉਹ ਕੀ ਕਾਰਾ ਕਰ ਰਿਹਾ ਉਹ ਸਮਝਾਉਣ ਦਾ ਯਤਨ ਕਰਦੇ ਨੇ। ਸੋ ਇਸੇ ਹੀ ਪੰਕਤੀ ਦੇ ਜਿਹੜੇ ਅਪ੍ਰਚਲਿਤ ਅਰਥ ਨੇ ਜਿਹਦੇ ਬਾਰੇ ਆਪਾਂ ਕੱਲ੍ਹ ਵਿਚਾਰ ਕਰਾਂਗੇ। ਕੋਈ ਜਲਦੀ ਨਹੀਂ ਹੈ, ਕੋਈ ਕਮੇਟੀ ਸਾਡੇ ਸਿਰ 'ਤੇ ਨਹੀਂ ਹੈ, ਕੋਈ ਧੱਕਾ ਨਹੀਂ ਹੈ। ਸੋ ਆਪਾਂ ਈਜ਼ੀਲੀ ਆਰਾਮ ਦੇ ਨਾਲ ਬਹੁਤ ਹੌਲੀ ਹੌਲੀ ਇਹ ਚੀਜ਼ਾਂ ਸਮਝਣੀਆਂ।